श्री वाहिगुरु साहिब जीओ। मन तन अमृत भिन्ना अंतर प्रेम रतना। अंतर रतन पदार्थ मेरा परम तत्व विचारो। जानत पेख तू सफल उदाता सिर सर देवन हारो। मन तन अमृत भिन्ना। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुग अटल शब्दा अवतार। दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो। कल शब्द प्रारंभ होया सी राग सूही महला पहला छंद कर दूजा। एक ओंकार सतगुर प्रसाद। हम घर साजन आए साचा मेल मिलाए। सहज मिलाए हर मन पाए पंच मिले सुख पाया। अते दूसरी पौड़ी आवो मीत प्यारे मंगल गावो नारे। सच मंगल गावो हो तां प्रभावो हो सोहि लड़ा जुग चारे। ये साध संगत जीओ आप जी ने दो पौड़ियां की कथा विचार सरवण की सी। इस शब्द की तीजी पौड़ी जो कि छंद शब्द है प्रारंभ हो रही है। प्यार सत्कार नाल सरवण करो। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। मन तन अमृत भिन्ना। जदों मन ते तन अमृत नाम दे विच भिज गया अंतर प्रेम रतना। तां हिरदे दे अंदर परमेश्वर दा प्रेम रतन की तरह चमकाया। या प्रेम द्वारा रतन रूप ब्रह्म हिरदे के अंदर साक्षात हो गया। अंतर रतन पदार्थ मेरा। मेरे हिरदे के अंदर रतन वैराग रूप पदार्थ दे अस्तित्व होने करके परम तत्व विचारो। परम तत्व सब तो उच्चे श्रेष्ठ परमेश्वर के सिद्धांत नूं विचारना कीता है। जानत पेखा तू सफल उदाता। ये परमेश्वर 84 लाख जूनां दे सारे जीव तेरे दर दे भिखारी हन। तू सहज फलां दे दाता है या तू ज्ञान रूपी सहज फल दे होण करके ब्रह्म दयादियां दाता देण वाला है। सिर सर देवन हारो। ਅਤੇ ਹਰੇਕ ਜੀਵ ਨੂੰ ਪ੍ਰਾਲਬਧ ਅਨੁਸਾਰ ਰੋਜੀ ਦੇਣ ਵਾਲਾ ਹੈ।
ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਜਾਂ ਸਿਰ ਬਸਿਰ ਜਾਂ ਸਿਰਜ ਸਿਰਜ ਕੇ ਜੀਵਨ ਨੂੰ ਰੋਜੀ ਦੇਣ ਵਾਲਾ ਹੈ। ਤੂੰ ਜਾਨ ਗਿਆਨੀ ਅੰਤਰ ਜਾਮੀ, ਇਹ ਗਿਆਨ ਸਰੂਪ ਪਰਮੇਸ਼ਰ, ਤੂੰ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲਾ ਹੈ ਅਤੇ ਅੰਤਰਜਾਮੀ, ਅੰਦਰ ਦਾ ਪ੍ਰੇਰਕ ਹੈ। ਆਪੇ ਕਾਰਨ ਕੀਨਾ, ਤੂੰ ਆਪ ਹੀ ਸਾਰੇ ਪ੍ਰਪੰਚ ਨੂੰ ਰਚਨਾ ਕੀਤਾ ਹੈ। ਇਸੇ ਪ੍ਰਕਾਰ ਤੂੰ ਜਾਨ ਗਿਆਨੀ ਅੰਤਰ ਜਾਮੀ, ਇਹ ਸ਼ਾਸਤਰਾਂ ਦੇ ਗਿਆਨੀ, ਤੂੰ ਸ਼ਾਸਤਰ ਪੜ੍ਹ ਕੇ ਕਮਾਈ ਤੋਂ ਬਗੈਰ ਐਵੇਂ ਹੀ ਫੋਕੀਆਂ ਗੱਲਾਂ ਕਥਨ ਕਰੀ ਜਾਂਦਾ ਹੈ। ਉਸ ਅੰਤਰਜਾਮੀ ਨੂੰ ਵੀ ਜਾਣਨਾ ਕਰ। ਇਸੇ ਪ੍ਰਕਾਰ ਤੂੰ ਜਾਨ ਗਿਆਨੀ ਅੰਤਰ ਜਾਮੀ, ਸਤਿਗੁਰਾਂ ਦੁਆਰਾ ਤੂੰ ਗਿਆਨ ਸਰੂਪ ਪਰਮੇਸ਼ਰ ਨੂੰ ਜਾਣ, ਜੋ ਅੰਤਰਜਾਮੀ, ਅੰਦਰ ਦਾ ਪ੍ਰੇਰਕ ਹੈ। ਆਪੇ ਕਾਰਨ ਕੀਨਾ, ਅਤੇ ਉਸ ਨੇ ਆਪ ਹੀ ਗੁਰੂ ਸਰੂਪ ਧਾਰ ਕੇ ਸਿੱਖਾਂ ਨੂੰ ਉਪਦੇਸ਼ ਦੇ ਕੇ ਆਪਣੇ ਸਰੂਪ ਦੀ ਪ੍ਰਾਪਤੀ ਦਾ ਇਹ ਕਾਰਜ ਕੀਤਾ ਹੈ। ਜਾਂ ਆਤਮਾ ਦੇ ਸਰੂਪ ਦੀ ਸਖਿਆਤਾ ਦਾ ਕਾਰਜ ਆਪ ਹੀ ਕੀਤਾ ਹੈ। ਸੁਨ ਹੋ ਸਖੇ ਮਨ ਮੋਹਨ ਮੋਹਿਆ, ਇਹ ਸੰਦਰੂਪ ਸਖੀਓ, ਮੇਰਾ ਹਾਲ ਸੁਣੋ। ਜਦ ਪਰਮੇਸ਼ਰ ਨੇ ਆਪ ਮੇਰਾ ਮਨ ਆਪਣੇ ਪ੍ਰੇਮ ਦੇ ਵਿੱਚ ਮੋਹਿਤ ਕਰ ਲਿਆ, ਤਨ ਮਨ ਅੰਮ੍ਰਿਤ ਭਿੰਨਾ, ਤਾਂ ਮੇਰਾ ਮਨ ਅਤੇ ਤਨ ਅੰਮ੍ਰਿਤ ਨਾਮ ਕਰਕੇ ਬ੍ਰਹਮਾਨੰਦ ਰੂਪੀ ਰਸ ਦੇ ਵਿੱਚ ਭੀਨਾ ਭਿੱਜ ਗਿਆ। ਇਸ ਕਰਕੇ ਉਸ ਪਰਮੇਸ਼ਰ ਅੱਗੇ ਇੰਝ ਬੇਨਤੀ ਕਰੋ ਕਿ ਆਤਮ ਰਾਮ ਸੰਸਾਰਾ, हे ਰਾਮ ਪਰਮੇਸ਼ਰ, ਤੇਰਾ ਆਤਮ ਆਪਣਾ ਆਪ ਹੀ ਇਹ ਸੰਸਾਰ ਦਾ ਖੇਲ ਰਚਨਾ ਕੀਤਾ ਹੈ। ਸਾਚਾ ਖੇਲ ਤੁਮਹਾਰਾ, ਇਸ ਕਰਕੇ ਹੀ ਤੁਹਾਡਾ ਖੇਲ ਸੱਚਾ ਹੈ। हे ਵਾਹਿਗੁਰੂ ਜੀ, ਇਸੇ ਪ੍ਰਕਾਰ ਆਤਮ ਰਾਮ ਸੰਸਾਰਾ, ਗਿਆਨਵਾਨਾਂ ਨੂੰ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਸੰਸਾਰ ਆਪਣੀ ਆਤਮਾ ਦਾ ਰੂਪ ਹੀ ਦਿਖਦਾ ਹੈ। ਸਾਚਾ ਖੇਲ ਤੁਮਾਰਾ, ਜਾਂ हे ਰਾਮ ਪਰਮੇਸ਼ਰ, ਤੇਰਾ ਆਤਮਾ ਆਪਣਾ ਰੂਪ ਹੀ ਸਾਰਾ ਸੰਸਾਰ ਹੈ। ਜਾਂ ਆਤਮਾ ਹੀ ਚੇਤਨ ਸਰੂਪ ਹੈ ਤੇ ਚੇਤਨ ਹੀ ਆਤਮਾ ਸਰੂਪ ਹੈ। ਤੁਹਾਡਾ ਖੇਲ ਵੀ ਸੱਚਾ ਹੈ। ਜਾਂ हे ਸੱਚੇ, ਇਹ ਸਾਰਾ ਸੰਸਾਰ ਤੁਹਾਡਾ ਖੇਲ ਹੈ ਅਤੇ ਇਸ ਵਿੱਚ ਪ੍ਰਕਾਸ਼ ਦਾ ਰੂਪ ਤੂੰ ਆਪ ਹੀ ਹੈ। ਸਚ ਖੇਲ ਤੁਮਾਰਾ ਅਗਮ ਅਪਾਰਾ, ਇਹ ਅਸ਼ੁੱਧ ਮਨ ਕਰਕੇ ਗਮਤਾ ਤੋਂ ਰਹਿਤ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ, ਤੂੰ ਸੱਚਾ ਹੈ ਤੇ ਸਾਰਾ ਸੰਸਾਰ ਤੇਰਾ ਹੀ ਖੇਲ ਹੈ। ਯਹ ਸੰਸਾਰ ਤੁਹਾਡਾ ਸੱਚਾ ਖੇਲ ਹੈ। ਤੁਧ ਬਿਨਾ ਕੌਣ ਬੁਝਾਏ, ਤੁਹਾਥੋਂ ਬਿਨਾ ਇਹ ਖੇਲ ਨੂੰ ਕੌਣ ਸਮਝਾਏ। ਭਾਵ ਆਪ ਹੀ ਆਪਣੇ ਸਰੂਪ ਨੂੰ ਸਮਝਾਉਣ ਵਾਲੇ ਹੋ ਜੀ। ਸਿੱਧਾ ਸਾਧਕਾ ਸਿਆਣੇ ਕੀਤੇ, ਰਿੱਧੀਆਂ ਸਿੱਧੀਆਂ ਵਾਲੇ ਸਿੱਧ ਲੋਕ, ਸਾਧਨਾ ਕਰਨ ਵਾਲੇ ਸਾਧਕ, ਜਗਿਆਸੂ ਪੁਰਖ ਅਤੇ ਕਿਤਨੇ ਹੀ ਆਪਣੇ ਆਪ ਨੂੰ ਸ਼ਾਸਤਰਾਂ ਦੇ ਗਿਆਤੇ ਕਹਾਉਣ ਵਾਲੇ ਹਨ। ਤੁਝ ਬਿਨ ਕਵਣ ਕਹਾਏ, ਪਰੰਤੂ ਤੇਥੋਂ ਬਿਨਾ
ਇਸ ਖੇਲ ਨੂੰ ਕੌਣ ਕਹਾ ਸਕਦਾ ਹੈ। ਕਾਲ ਬੇਕਾਲ ਭਏ ਦੇਵਾਨੇ। ਸੋ ਉਹਨਾਂ ਦੇ ਮੌਤ ਤੇ ਜਨਮ ਦੇ ਦੋਵੇਂ ਸਮੇਂ ਝੱਲੇ ਹੋ ਗਏ ਹਨ। ਭਾਵ ਜੰਮਣਾ ਤੇ ਮਰਨਾ ਉਹਨਾਂ ਦਾ ਨਿਵਰਤ ਹੋ ਗਿਆ ਹੈ। ਮਨ ਰੱਖਿਆ ਗੁਰ ਠਾਏ। ਜਿਨ੍ਹਾਂ ਪੁਰਖਾਂ ਦਾ ਮਨ ਚਿੱਤ ਪੂਰੇ ਗੁਰਾਂ ਨੇ ਤੇਰੇ ਨਾਮ ਸਰੂਪ ਦੇ ਵਿੱਚ ਟਿਕਾ ਕੇ ਰੱਖਿਆ, ਉਹਨਾਂ ਦੇ ਕਾਲ ਮੌਤ ਅਤੇ ਵਿਕਾਲ ਜਨਮ ਦੇ ਦੋਵੇਂ ਸਮੇਂ ਦੇ ਵਾਨੇ ਚੱਲੇ ਹੋ ਗਏ। ਭਾਵ ਜਮਣਾ ਦੇ ਮਰਨਾ ਨਿਵਰਤ ਹੋ ਗਿਆ ਹੈ। ਨਾਨਕ ਅਵਗਣ ਸ਼ਬਦ ਜਲਾਏ। ਸਤਿਗੁਰੂ ਜੀ ਮਹਾਰਾਜ ਕਥਨ ਕਰਦੇ ਨੇ, ਕਿਉਂਕਿ ਉਹਨਾਂ ਨੇ ਕਾਮ ਕ੍ਰੋਧ ਆਦਿ ਔਗਣਾਂ ਨੂੰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸਾੜ ਸੁੱਟਿਆ ਹੈ। ਗੁਣ ਸੰਗਮ ਪ੍ਰਭ ਪਾਏ। ਅਤੇ ਸਤ ਸੰਦੋਖ ਜਾਂ ਸ਼ਰਵਣ ਮੰਨਣ ਅਧਿਆਸਨ ਆਦਿ ਗੁਣਾਂ ਦੀ ਸੰਗਮ ਇਕੱਤਰਤਾ ਕਰਕੇ ਪਰਮੇਸ਼ਰ ਦੇ ਸਰੂਪ ਨੂੰ ਸਖਿਆਤਾ ਕਰਕੇ ਉਹਨਾਂ ਨੇ ਪਾ ਲਿਆ ਹੈ। ਇੱਥੇ 4 ਅੰਕ ਛੰਦ ਦੀ 4 ਬੰਦਾਂ ਦਾ ਜਨਾਇਕ ਹੈ। ਇੱਕ ਅੰਕ ਦੂਸਰੇ ਸੁਰ ਤਾਲ ਦਾ ਪਹਿਲਾ ਛੰਦ ਤੇ 2 ਅੰਕ, ਕੁੱਲ ਜੋੜ 2 ਹੈ। ਇੰਜ 2 ਸ਼ਬਦ ਇੱਥੇ ਪਹਿਲੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦੂਜੇ ਸੁਰ ਤਾਲ ਦੇ ਸੰਪੂਰਨ ਹੋਏ ਹਨ। ਰਾਗ ਸੂਹੀ ਮਹਲਾ ਪਹਿਲਾ। ਸੂਹੀ ਰਾਗਣੀ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਘਰ ਤੀਜਾ। ਤੀਜੇ ਸੁਰ ਤਾਲ ਦੇ ਅੰਦਰ ਜਗਿਆਸੂ ਅਵਸਥਾ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਕੋ ਓੰਕਾਰ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਵਹੁ ਸੱਜਣਾ। ਇਹ ਸੱਜਣ ਸਤਿਗੁਰੂ ਜੀ, ਆਵੋ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਣਾ ਕਰੋ। ਆਓ ਦੇਖਾਂ ਦਰਸ਼ਨ ਤੇਰਾ ਰਾਮ। ਕਿਉਂਕਿ ਇਹ ਰਾਮ ਪਿਆਰੇ, ਮੈਂ ਤੇਰਾ ਦਰਸ਼ਨ ਦੀਦਾਰ ਵੇਖਣਾ ਚਾਹੁੰਦਾ ਹਾਂ। ਇਸੇ ਪ੍ਰਕਾਰ ਆਵਹੁ ਸੱਜਣਾ। ਇਹ ਸੱਜਣ ਬ੍ਰਹਮ ਚੇਤਨ ਮੇਰੇ ਹਿਰਦੇ ਵਿੱਚ ਆ ਕੇ ਸਾਖਿਆਤ ਹੋਵੋ। ਆਓ ਦੇਖਾਂ ਦਰਸ਼ਨ ਤੇਰਾ ਰਾਮ। ਤਾਂ ਜੋ ਮੈਂ ਤੇਰਾ ਦਰਸ਼ਨ ਦੀਦਾਰ ਇਹ ਵੇਖਣਾ ਕਰਾਂ। ਦਰਸ਼ਨ 82 ਦਿਨ ਸਰਾਤ ਚਿਤਵੋਂ ਅਨੰਦਿਨ ਨੀਤ। ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਿਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ। ਜਿਵੇਂ ਬੇਬੇ ਨਾਨਕੀ ਜੀ ਬੇਨਤੀ ਕਰਦੇ ਸਨ, ਤਵੇ ਤੇ ਪ੍ਰਸ਼ਾਦਾ ਪਾ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਤੇ ਸੱਚੇ ਪਾਤਸ਼ਾਹ ਜੀ ਨੇ ਦਰਵਾਜ਼ਾ ਖੜਕਾ ਦਿੱਤਾ ਤੇ ਪਿਆਰ ਦੇ ਨਾਲ ਪ੍ਰਸ਼ਾਦਾ ਛਕਾਇਆ। ਬੇਬੇ ਨਾਨਕੀ ਜੀ ਨੇ ਭਾਈ ਮਰਦਾਨੇ ਜੀ ਨੂੰ ਪੁੱਛਿਆ ਕਿ ਤੁਸੀਂ ਇੱਥੇ ਲਾਗੇ ਬੰਨੇ ਹੀ ਹੋਵੋਗੇ? ਕਹਿੰਦੇ ਨਹੀਂ, ਆਪਾਂ ਬਹੁਤ ਹਜ਼ਾਰਾਂ ਮੀਲ ਦੂਰ ਸੀਗੇ। ਪਰ ਇੱਕਦਮ ਸਤਿਗੁਰੂ ਜੀ ਕਹਿਣ ਲੱਗੇ ਕਿ ਚੱਲ ਮਰਦਾਨਿਆ, ਆਪਾਂ ਨੂੰ ਬੇਬੇ ਜੀ ਨੇ ਯਾਦ ਕੀਤਾ ਹੈ,
ਅਸੀਂ ਬੜੀ ਦੂਰ ਤੋਂ ਪ੍ਰਸ਼ਾਦਾ ਛਕਣ ਆਏ ਹਾਂ। ਸੋ ਐਸਾ ਦਰਸ਼ਨਾਂ ਦਾ ਪ੍ਰੇਮ, ਮਾਤਾ ਭਾਗ ਭਰੀ ਜਿਹੜੀ ਕਸ਼ਮੀਰ ਦੀ ਰਹਿਣ ਵਾਲੀ ਹੈ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕੀਤਾ। ਕਿੱਥੇ ਅੰਮ੍ਰਿਤਸਰ, ਕਿੱਥੇ ਕਸ਼ਮੀਰ। ਸਤਿਗੁਰੂ ਜੀ ਉਹਦੀ ਸ਼ਰਧਾ ਪੂਰੀ ਕਰਨ ਵਾਸਤੇ ਉਹਦੇ ਘਰ ਗਏ। ਜੋ ਉਹਨੇ ਰੀਝਾ ਬਣਾਇਆ ਹੋਇਆ ਸੀ ਖੱਦਰ ਦਾ ਬਸਤਰ, ਉਹ ਦਰਜੀ ਬੁਲਾ ਕੇ ਸਤਿਗੁਰੂ ਜੀ ਦੇ ਮੇਚਾ ਦਵਾ ਕੇ ਮਹਾਰਾਜ ਦਾ ਚੋਲਾ ਸਾਹਿਬ ਸਲਾ ਕੇ ਗੁਰੂ ਸਾਹਿਬ ਦੇ ਗਲ ਪਹਿਨਾਇਆ ਅਤੇ ਬੇਨਤੀ ਕੀਤੀ, ਮਹਾਰਾਜ ਹੁਣ ਮੇਰਾ ਮਨ ਪ੍ਰਸੰਨ ਹੋਇਆ ਹੈ। ਪਾਤਸ਼ਾਹ ਕਹਿਣ ਲੱਗੇ, ਮਾਤਾ ਦੱਸ ਕੀ ਚਾਹੁੰਦੀ ਹੈ? ਕਹਿੰਦੀ ਜੀ ਬਸ ਮੇਰੀ ਉਮਰ ਪੂਰੀ ਹੋ ਚੁੱਕੀ ਹੈ। ਮੈਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕਈ ਲੈਣ ਆਏ, ਪਰ ਮੈਂ ਸਾਰਿਆਂ ਨੂੰ ਜਵਾਬ ਦੇ ਦਿੱਤਾ ਕਿ ਮੈਂ ਅਜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ। ਹੁਣ ਮਹਾਰਾਜ ਮੇਰੀ ਇੱਛਾ ਪੂਰੀ ਹੋ ਗਈ ਹੈ, ਮੈਂ ਆਪ ਦੇ ਦਰਸ਼ਨ ਪਾ ਲਏ ਨੇ, ਆਪ ਜੀ ਨੂੰ ਚੋਲਾ ਭੇਟਾ ਕਰ ਦਿੱਤਾ। ਹੁਣ ਆਪ ਮੈਨੂੰ ਆਗਿਆ ਦੇਵੋ ਅਤੇ ਆਪ ਦੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਅਤੇ ਮੇਰੀ ਇੱਕੋ ਹੀ ਬੇਨਤੀ ਹੈ ਕਿ ਆਪ ਜੀ ਮੇਰਾ ਸੰਸਕਾਰ ਆਪਣੇ ਹੱਥੀਂ ਕਰਨਾ ਜੀ। ਮਾਂ ਨੇ ਆਖਿਆ, ਸਤ ਬਚਨ ਮਾਤਾ। ਇੰਝ ਮਾਤਾ ਭਾਗ ਭਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਕਰਦਿਆਂ ਸਰੀਰ ਤਿਆਗ ਗਈ। ਸਤਿਗੁਰੂ ਜੀ ਨੇ ਆਪ ਖੁਦ ਆਪਣੇ ਹੱਥੀਂ ਮਾਤਾ ਦਾ ਅੰਗੀਠਾ ਸਵਾਰਿਆ। ਉਹਦੀ ਸਾਰੀ ਕਿਰਿਆ, ਸਾਰੇ ਕਿਰਿਆ ਕਰਮ ਆਦਿ ਕੀਤਾ। ਇਸੇ ਤਰ੍ਹਾਂ ਬਤਾਲੀ ਨਗਰ ਦਾ ਰਹਿਣ ਵਾਲਾ ਭਾਈ ਪੱਲਾ, ਜਿਹੜਾ ਕਿ ਆਪ ਦੇ ਪੱਲੇ ਨਾਲ ਗੁੜ ਦੀ ਰੋੜੀ ਬੰਨ੍ਹ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕਰਿਆ ਕਰਦਾ ਸੀ। ਲੋਕ ਮਖੌਲ ਕਰਦੇ ਕਿ ਕਮਲਾ ਹੋ ਗਿਆ ਹੈ, ਪਰ ਉਹਦੀ ਭਾਵਨਾ ਸੀ ਕਿ ਜਦ ਮਹਾਰਾਜ ਮੈਨੂੰ ਪੈਲੀਆਂ ਦੇ ਵਿੱਚ ਹੀ ਦਰਸ਼ਨ ਦੇਣਗੇ ਤਾਂ ਮੈਂ ਭੇਟਾ ਲੈਣ ਘਰ ਥੋੜ੍ਹੀ ਭੱਜਾਂ ਆਵਾਂਗਾ। ਉਹਨੇ ਗੁੜ ਦੀ ਰੋੜੀ ਪੱਲੇ ਨਾਲ ਹੀ ਬੰਨੀ ਹੋਈ ਸੀ ਕਿ ਮੈਂ ਗੁੜ ਦੀ ਰੋੜੀ ਗੁਰੂ ਸਾਹਿਬ ਨੂੰ ਭੇਟਾ ਰੱਖ ਕੇ ਮੱਥਾ ਟੇਕਾਂਗਾ। ਗੁਰੂ ਸਾਹਿਬ ਨੂੰ ਕੀ ਪਤਾ ਜਲਦੀ ਹੋਵੇ। ਉਹਦਾ ਨਾਮ ਹੀ ਪੱਲਾ ਪੈ ਗਿਆ। ਜਦ ਸ੍ਰੀ ਹਰਗੋਬਿੰਦਪੁਰ ਦਾ ਜੰਗ ਸਮਾਪਤ ਕਰਕੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਹਰਗੋਬਿੰਦਪੁਰ ਤੋਂ ਕਰਤਾਰਪੁਰ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਬਤਾਲੇ ਨਗਰ ਥਾਣੀ ਲੰਘੇ ਅਤੇ ਭਾਈ ਪੱਲਾ ਪੈਲੀਆਂ ਵਿੱਚ ਕੰਮ ਕਰ ਰਿਹਾ ਸੀ। ਆਵਾਜ਼ ਮਾਰੀਏ, ਕਹਿੰਦੇ ਭਾਈ ਆਪਾਂ ਆ ਗਏ ਹਾਂ। ਇੱਕਦਮ ਵੇਖੀ ਗਿਆ। ਪੁੱਛਿਆ ਕਿ ਕੌਣ ਨੇ? ਸਿੱਖ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਬੜਾ ਉਹਦਾ ਮਨ ਪ੍ਰਸੰਨ ਹੋਇਆ। ਆਪ ਦੇ ਪੱਲੇ ਨਾਲੋਂ ਗੁੜ ਦੀ ਰੋੜੀ ਖੋਲ੍ਹ ਕੇ ਸਤਿਗੁਰੂ ਜੀ ਮਹਾਰਾਜ ਜੀ ਨੂੰ ਭੇਟਾ ਰੱਖੀਏ। ਆਖਿਆ, ਲਓ ਮਹਾਰਾਜ ਆਪ ਦੀ ਭੇਟਾ, ਕਿਰਪਾ ਕਰਕੇ ਮੈਨੂੰ ਨਿਹਾਲ ਕਰੋ। ਸਤਿਗੁਰੂ ਜੀ ਇੰਨੇ ਪ੍ਰਸੰਨ ਹੋਏ। ਉਹਦੀ ਮਾਂ ਨੇ ਗੁਰੂ ਸਾਹਿਬ ਦੇ ਗੁਣ ਸੁਣਾ ਕੇ ਸ਼ਰਧਾਲੂ ਬਣਾਇਆ ਸੀ। ਕਹਿਣ ਲੱਗਾ, ਜੀ ਮੇਰੀ ਮਾਂ ਵੀ ਤੁਹਾਨੂੰ ਯਾਦ ਕਰਦੀ ਹੈ। ਪਾਤਸ਼ਾਹ ਕਹਿੰਦੇ, ਚੱਲੋ। ਕਿੱਥੇ ਆ ਘਰ ਤੁਹਾਡਾ? ਘਰ ਆਮ ਗਰੀਬੀ ਵਾੜਾ ਸੀ।
ਸੋ ਇੱਕ ਦਿਨ ਦੇ ਪੱਕਣ ਜੋਗੀ ਰਸਤ ਮਸਾਂ ਹੀ ਘਰ ਦੇ ਵਿੱਚ ਹੁੰਦੀ, ਦੂਜੇ ਡੰਗ ਦਾ ਫਿਕਰ ਹੁੰਦਾ ਸੀ। ਜਦ ਮਹਾਰਾਜ ਨੇ ਚਰਨ ਪਾਏ ਘੋੜੇ ਸਮੇਤ, ਤੇ ਲੋਕ ਕੋਠਿਆਂ ਦੇ ਖੜੋ ਖੜੋ ਕੇ ਵੇਖਣ, ਆਪਦੇ ਦਰਵਾਜ਼ਿਆਂ ਵਿੱਚ ਖੜੇ ਹੋ ਕੇ ਵੇਖਣ ਕਿ ਗੁਰੂ ਮਹਾਰਾਜ ਇੰਨੀਆਂ ਫੌਜਾਂ ਨਾਲ ਨੇ। ਭਾਈ ਪੱਲੇ ਕੋਲ ਤਾਂ ਆਪਦਾ ਕੋਈ ਰੋਟੀ ਦਾ ਜੁਗਾੜ ਨਹੀਂ, ਇਹ ਗੁਰੂ ਸਾਹਿਬ ਦੀ ਸੇਵਾ ਕਿਵੇਂ ਕਰੇਗਾ। ਸਤਿਗੁਰੂ ਜੀ ਨੇ ਭਾਈ ਪੱਲੇ ਦੀ ਮਾਤਾ ਨੂੰ ਦਰਸ਼ਨ ਬਖਸ਼ ਕੇ ਨਿਹਾਲ ਕੀਤਾ, ਤੇ ਮਰ ਕਹਿੰਦੇ ਲਿਆਓ ਭਾਈ ਰਸਤ ਪਾਣੀ, ਲੰਗਰ ਚਲਾਈਏ। ਜੋ ਵੀ ਪਾਈਆ ਅੱਧ ਪਾਈਆ ਸਮਾਨ ਸੀਗਾ ਉਹ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਰੱਖਿਆ। ਕੁਦਰਤੀ ਕੋਈ ਵਪਾਰੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਕਰਦਾ ਕਰਦਾ, ਜਦ ਉਹਨੂੰ ਪਤਾ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੰਗ ਸੰਪੂਰਨ ਕਰਕੇ ਇੱਧਰ ਨੂੰ ਚੱਲੇ ਨੇ, ਸਠਿਆਲਾ ਬਤਾਲਾ, ਉਧਰ ਨੂੰ ਉਤਰਿਆ। ਤੇ ਜਿੱਥੇ ਭਾਈ ਪੱਲੇ ਦੇ ਘਰ ਗੁਰੂ ਸਾਹਿਬ ਜੀ ਬਿਰਾਜੇ, ਇੱਥੇ ਆ ਕੇ ਉਹ ਸ਼ਾਹੂਕਾਰ ਨੇ ਮਹਾਰਾਜ ਸਾਹਿਬ ਦੇ ਦਰਸ਼ਨ ਪਾਏ, ਤੇ ਜੋ ਵੀ ਆਪ ਦੀ ਦਸਵੰਧ ਦੀ ਮਾਇਆ ਸੀ, ਜੋ ਆਨੰਦਾਨਾ ਉਹਨੇ ਭੇਟਾ ਲਿਆਂਦਾ ਸੀ, ਉਹ ਸਾਰਾ ਹੀ ਮਹਾਰਾਜ ਦੇ ਚਰਨਾਂ 'ਚ ਉੱਥੇ ਭੇਟਾ ਰੱਖ ਕੇ ਮੱਥਾ ਟੇਕਿਆ। ਕਿੰਨਾ ਹੀ ਰਸਤ ਪਾਣੀ ਜਮ੍ਹਾਂ ਹੋ ਗਿਆ, ਭੱਟੀਆਂ ਚੜ੍ਹ ਗਈਆਂ, ਇਉਂ ਖੁੱਲ੍ਹਾ ਲੰਗਰ ਪਾਣੀ ਵਰਤਾਇਆ। ਜਿਹੜੇ ਲੋਕ ਮਖੌਲ ਕਰਦੇ ਸਨ ਤੇ ਕੋਠੇ 'ਤੇ ਚੜ੍ਹ ਕੇ ਦੇਖਦੇ ਸਨ ਕਿ ਭਾਈ ਪੱਲੇ ਦੀ ਬੇਇੱਜ਼ਤੀ ਹੋਵੇਗੀ, ਮਹਾਰਾਜ ਨੇ ਆਖਿਆ ਭਾਈ ਪੱਲਿਆ, ਆਂਢ ਗੁਆਂਢ ਸਰੀਕਾ ਬਰਾਦਰੀ ਨਗਰ ਨਿਵਾਸੀਆਂ ਨੂੰ ਜਾ ਬੁਲਾ ਕੇ ਲੈ ਕੇ ਆ, ਆਪਾਂ ਪਹਿਲਾਂ ਉਹਨਾਂ ਨੂੰ ਲੰਗਰ ਛਕਾਉਣਾ ਹੈ। ਇਉਂ ਪਿੰਡ ਵਾਲਿਆਂ ਨੂੰ ਲੰਗਰ ਛਕਾ ਕੇ ਬੇਸ਼ਰਮ ਕੀਤਾ। ਉਹ ਵੇਖ ਕੇ ਹੈਰਾਨ, ਇੱਕ ਰੰਗ ਆਏ ਦੂਜਾ ਜਾਏ, ਮੁੜਕੋ ਮੁੜਕੀ ਹੋ ਗਏ ਕਿ ਇੰਨਾ ਲੰਗਰ ਕਿੱਥੋਂ ਤਿਆਰ ਹੋ ਗਿਆ, ਇਹਦੇ ਘਰ ਤਾਂ ਕੁਛ ਵੀ ਨਹੀਂ ਸੀਗਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪੈਣ ਦੇ ਨਾਲ ਹੀ ਰਿੱਧੀਆਂ ਸਿੱਧੀਆਂ ਆਣ ਕੇ ਹਾਜ਼ਰ ਹੋਈਆਂ। ਇਉਂ ਮਹਾਰਾਜ ਨੇ ਸਾਰੇ ਨਗਰ ਨੂੰ ਲੰਗਰ ਛਕਾਇਆ। ਫਿਰ ਆਪ ਦੀਆਂ ਫੌਜਾਂ ਨੂੰ ਇਉਂ ਖੁੱਲ੍ਹਾ ਲੰਗਰ ਪਾਣੀ ਸਭ ਕੁਛ ਵਰਤਾਇਆ। ਐਸੇ ਮਹਾਰਾਜ ਦੇ ਦਰਸ਼ਨਾਂ ਦੀ ਬਰਕਤ ਹੈ। ਜਿਹੜਾ ਦਰਸ਼ਨ ਪਾ ਲਵੇ, ਦਰਸ਼ਨ ਡਿਠੇ ਲੈਹਨ ਵਿਜੋਗਾ ਜੀਓ, ਉਹ ਖਾਲੀ ਨਹੀਂ ਰਹਿੰਦਾ। ਸੋ ਉਹਦੀਆਂ ਝੋਲੀਆਂ ਭਰ ਜਾਂਦੀਆਂ ਨੇ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਆਵੋ ਸੱਜਣਾ, ਇਹ ਸੱਜਣ ਸਤਿਗੁਰੂ ਜੀ ਆਵੋ ਤੇ ਕਿਰਪਾ ਕਰੋ। ਹਉ ਦੇਖਾਂ ਦਰਸ਼ਨ ਤੇਰਾ ਰਾਮ, ਮੈਨੂੰ ਆਪਣਾ ਦਰਸ਼ਨ ਦੇਣਾ ਕਰੋ, ਕਿਉਂਕਿ ਹੇ ਪਿਆਰੇ, ਹਾਂ ਮੈਂ ਤੇਰਾ ਦਰਸ਼ਨ ਦੀਦਾਰ ਵੇਖਣਾ ਚਾਹੁੰਦਾ ਹਾਂ। ਇਸੇ ਪ੍ਰਕਾਰ ਆਵੋ ਸੱਜਣਾ, ਇਹ ਸੱਜਣ ਬ੍ਰਹਮ ਚੇਤਨ ਮੇਰੇ ਹਿਰਦੇ ਵਿੱਚ ਆ ਕੇ ਸਾਖਿਆਤ ਹੋਵੋ। ਹਉ ਦੇਖਾਂ ਦਰਸ਼ਨ ਤੇਰਾ ਰਾਮ, ਤਾਂ ਜੋ ਮੈਂ ਤੇਰਾ ਦਰਸ਼ਨ ਦੀਦਾਰ ਦੇਖਣਾ ਕਰਾਂ। ਦਰਸ਼ਨਾਂ ਤੋਂ ਬਗੈਰ ਜੋ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ,
ਪ੍ਰਿਯ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਸੱਚੇ ਪਾਤਸ਼ਾਹ ਜੀਓ, ਇੱਕ ਘੜੀ ਜੇ ਆਪ ਦੇ ਦਰਸ਼ਨ ਨਹੀਂ ਹੁੰਦੇ ਤਾਂ ਮੈਂ ਸਮਝਦਾ ਕਿ ਕਲਯੁਗ ਨੇ ਆ ਕੇ ਘੇਰਾ ਪਾ ਲਿਆ ਹੈ। ਆਪ ਦੇ ਦਰਸ਼ਨਾਂ ਦੇ ਵਿੱਚ ਸਤਿਯੁਗ ਹੈ। ਸੋ ਆਪ ਕਿਰਪਾ ਕਰੋ, ਆਪ ਦੇ ਗੁਰਦੁਆਰੇ ਬਿਠਾਈ ਰੱਖੋ। ਇੱਕ ਦਰਸ਼ਨ ਦਾ ਪ੍ਰਤੱਖ ਜੋ ਆਪਾਂ ਕਰ ਰਹੇ ਹਾਂ, ਇੱਕ ਹਿਰਦੇ ਦੇ ਦਰਸ਼ਨ ਜਿਹੜੇ ਸੁਰਤੀ ਦੇ ਦੁਆਰਾ ਹੁੰਦੇ ਨੇ। ਸੋ ਪ੍ਰਤੱਖ ਦਰਸ਼ਨ ਤੇ ਸਰਵਣ ਦਰਸ਼ਨ ਜਾਂ ਸੁਰਤੀ ਦਰਸ਼ਨ ਤੇ ਇੰਜ ਚਿੱਤਰ ਦਰਸ਼ਨ। ਸੋ ਮਹਾਰਾਜ ਸੁਪਨੇ ਦਰਸ਼ਨ ਆਪ ਕਿਰਪਾ ਕਰੋ। ਜੋ ਕਣ ਕਣ ਦੇ ਵਿੱਚ ਆਪ ਦੀ ਜੋਤ ਦੇਖਣੀ ਹੈ, ਸੋ ਐਸੇ ਦਰਸ਼ਨ ਬਖਸ਼ੋ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕੈ ਉਪਕਾਰ। ਸੋ ਜੋ ਘਟਾਂ ਘਟਾਂ ਦੇ ਵਿੱਚ ਆਪ ਦੀ ਜੋਤ ਦਾ ਵਾਸਾ ਹੈ, ਐਸੇ ਦਰਸ਼ਨ ਬਖਸ਼ਣਾ ਕਰੋ। ਘਰ ਆਪਨੜ ਖੜੀ ਤੱਕਾ, ਮੈਂ ਆਪਣੇ ਪ੍ਰਤੱਖ ਅੰਤੈ ਕਰਨ ਜਾਂ ਸਤਸੰਗਤ ਰੂਪੀ ਘਰ ਦੇ ਵਿੱਚ ਖੜੀ ਭਾਵ ਸਮਾਹਤ ਚਿਤ ਹੋ ਕੇ ਤੇਰਾ ਰਸਤਾ ਵੇਖ ਰਹੀ ਹਾਂ, ਤੱਕ ਰਹੀ ਹਾਂ। ਮੈਂ ਮਨ ਚਾਉ ਕਨੇਰਾ ਰਾਮ, ਹੇ ਰਾਮ ਪਰਮੇਸ਼ਰ, ਮੇਰੇ ਮਨ ਚਿੱਤ ਵਿੱਚ ਤੇਰੀ ਪ੍ਰਾਪਤੀ ਜਾਂ ਤੇਰੇ ਦਰਸ਼ਨਾਂ ਦਾ ਬਹੁਤਾ ਚਾਉ ਉਤਸ਼ਾਹ ਹੈ। ਜਿਹਦੇ ਮਨ ਦੇ ਵਿੱਚ ਉਤਸ਼ਾਹ ਹੋਵੇਗਾ, ਦਰਸ਼ਨ ਉਹਨੂੰ ਹੋ ਹੀ ਜਾਣਗੇ। ਜਿਹਦੇ ਮਨ ਦੇ ਵਿੱਚ ਉਤਸ਼ਾਹ ਹੀ ਨਹੀਂ ਹੈ, ਇੱਛਾ ਹੀ ਨਹੀਂ ਹੈ, ਤੇ ਦਰਸ਼ਨਾਂ ਦੀ ਆਸਾ ਕੀ ਕੀਤੀ ਜਾ ਸਕਦੀ ਹੈ। ਇਸ ਲਈ ਕਮ ਸੇ ਕਮ ਇੱਛਾ ਤਾਂ ਹੋਣੀ ਚਾਹੀਦੀ ਹੈ। ਸੁਖਮਨੀ ਸਾਹਿਬ ਦੇ ਵਿੱਚ ਪਾਤਸ਼ਾਹ ਨੇ ਫਰਮਾਇਆ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਕਿ ਜਿਸ ਪੁਰਸ਼ ਨੂੰ ਇਹ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਪਿਆਸ ਲੱਗੂਗੀ ਤੇ ਤਾਂ ਹੀ ਆਪਾਂ ਪਾਣੀ ਕੋਲ ਜਾਵਾਂਗੇ ਤੇ ਤਾਂ ਹੀ ਪਾਣੀ ਪੀਵਾਂਗੇ। ਜੇ ਪਿਆਸ ਹੀ ਨਹੀਂ ਲੱਗੀ, ਪਾਣੀ ਲੱਭਾਂਗੇ ਕਿਵੇਂ, ਫਿਰ ਪੀਵਾਂਗੇ ਕਿਵੇਂ। ਇਹ ਪਹਿਲਾਂ ਪਿਆਸ ਲੱਗਣੀ ਚਾਹੀਦੀ ਹੈ, ਇੱਛਾ ਲੱਗਣੀ ਚਾਹੀਦੀ ਹੈ। ਜਿਸ ਪੁਰਸ਼ ਦੇ ਮਨ ਦੇ ਵਿੱਚ ਇਹ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸਾ ਹੈ, ਇੱਛਾ ਹੈ, ਸਾਹਿਬ ਕਹਿੰਦੇ ਅਸੀਂ ਉਹਦੇ ਤੋਂ ਬਲਿਹਾਰ ਅਤੇ ਕੁਰਬਾਨ ਜਾਂਦੇ ਹਾਂ। ਬਿਰਹ ਬਿਰਹ ਆਖੀਐ, ਬਿਰਹ ਤੋ ਸੁਲਤਾਨ, ਫਰੀਦਾ ਜਿਤ ਤਨ ਬਿਰੋ ਨਾ ਉਪਜੈ, ਸੋ ਤਨ ਜਾਣ ਮਸਾਨ। ਧੰਨ ਬਾਬਾ ਫਰੀਦ ਸਾਹਿਬ ਦੀ ਅਵਸਥਾ ਵੇਖੋ। ਮਾਤਾ ਨੇ ਛੋਟੀ ਉਮਰ ਤੋਂ ਸ਼ੱਕਰ ਦੀ ਪੁੜੀ ਮਸੱਲੇ ਹੇਠ ਰੱਖ ਕੇ ਪਰਮਾਤਮਾ ਦੇ ਨਮਾਜ਼ੀ ਬਣਾਇਆ ਤੇ ਲਗਾਤਾਰ 1 ਸਾਲ ਨਹੀਂ, 2 ਸਾਲ ਨਹੀਂ, 48 ਸਾਲ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਤੇ ਨਾਮ ਜਪਦੇ ਰਹੇ। ਵੇਖੋ ਬਿਲਕੁਲ ਬਚਪਨ ਦੀ ਅਵਸਥਾ, ਜਦੋਂ ਬੱਚੇ ਨੂੰ ਪਤਾ ਵੀ ਨਹੀਂ ਹੁੰਦਾ ਤੇ ਉਸ ਅਵਸਥਾ ਦੇ ਵਿੱਚ ਸ਼ੱਕਰ ਦੀ ਪੁੜੀ ਦਾ ਲਾਲਚ ਦਿੱਤਾ ਤੇ ਤਪ ਕਰਦਿਆਂ ਕਰਦਿਆਂ ਬੁੱਢਾ ਹੋਇਆ। ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ ਸੋ ਵਰਿਆ ਜੀਵਨਾ
ਪੀ ਤਨ ਹੋਸੀ ਖੇ। ਬਜ਼ੁਰਗ ਅਵਸਥਾ ਆ ਗਈ। ਜਿਹੜਾ ਪਾਕਪਟਨ ਸ਼ਹਿਰ ਦੇ ਬਾਹਰ ਖੂਹ ਹੈ, ਉਸ ਖੂਹ ਦੇ ਉੱਪਰ ਤਪ ਕਰਦਿਆਂ ਵਰਮੀ ਜੰਮ ਗਈ ਤੇ ਅੱਖਾਂ ਕੇਵਲ ਚਮਕ ਰਹੀਆਂ ਸਨ। ਕਾਂ ਨੇ ਆ ਕੇ ਚਮਕੀਲੀ ਚੀਜ਼ ਜਾਣ ਕੇ ਅੱਖਾਂ ਦੇ ਵਿੱਚ ਠੂੰਗੇ ਮਾਰੇ। ਜਿਸ ਵਕਤ ਅੱਖਾਂ 'ਚ ਠੂੰਗੇ ਮਾਰੇ, ਵਿੱਚੋਂ ਖੂਨ ਨਿਕਲ ਆਇਆ, ਉਸ ਵਕਤ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਸ਼ਲੋਕ ਉਚਾਰਿਆ ਬੜੇ ਹੀ ਵਿਰਾਗ ਦਾ। ਬਾਬਾ ਜੀ ਕਹਿਣ ਲੱਗੇ, ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹ, ਫਿਰ ਦੇਖਣ ਕੀ ਆਸ। ਹੇ ਕਾਮੋ, ਤੁਸੀਂ ਮੇਰਾ ਮਾਸ ਤਾਂ ਸਾਰਾ ਚੂੰਡ ਲਿਆ ਹੈ। ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਡਰ ਜਾਹੇ। ਜਿਤ ਪਿੰਜਰਾ ਮੇਰਾ ਸਾਹੋ ਵਸੈ, ਮਾਸ ਨਾ ਤਿਦੂ ਖਾਹੇ। ਬੜੇ ਤੁਸੀਂ ਠੂੰਗੇ ਮਾਰੇ ਨੇ ਮਾਸ ਨੂੰ, ਤੇ ਮਾਸ ਤਾਂ ਉਡਾ ਦਿੱਤਾ ਮਾਰ ਮਾਰ ਠੂੰਗੇ, ਪਰ ਕਮ ਸੇ ਕਮ ਮੇਰੀਆਂ ਅੱਖਾਂ ਦਾ ਸਾਬਤ ਰਹਿਣ ਦਿਓ। ਕਿਉਂਕਿ ਜੇ ਪਰਮਾਤਮਾ ਖੁਦਾ ਅੱਲਾਹ ਤਾਲਾ ਹੁਣੇ ਆ ਗਿਆ ਤਾਂ ਮੈਂ ਦਰਸ਼ਨ ਕਿਵੇਂ ਕਰਾਂਗਾ। ਫਿਰ ਦੇਖਣ ਕੀ ਆਸ, ਮੈਂ ਗੱਲ ਕਰ ਰਿਹਾ ਆਸ ਦੀ, ਇੱਛਾ, ਮਨ ਦੀ ਚਾਹਨਾ। ਸਾਧ ਸੰਗਤ ਜੀਓ, ਬਾਬਾ ਫਰੀਦ ਸਾਹਿਬ ਨੂੰ ਨਮਸਕਾਰ ਹੈ, ਜਿਨ੍ਹਾਂ ਦੀ ਵੇਖੋ ਸਾਰੀ ਉਮਰ ਲੰਘ ਗਈ ਤਪ ਕਰਦਿਆਂ, ਪਰ ਰੱਬ ਨਹੀਂ ਮਿਲਿਆ, ਦਰਸ਼ਨ ਨਹੀਂ ਹੋਏ, ਘਬਰਾਏ ਨਹੀਂ, ਦਿਲ ਨਹੀਂ ਛੱਡਿਆ। ਸਾਰਾ ਸਰੀਰ ਦਾ ਮਾਸ ਪੰਛੀਆਂ ਨੇ ਚੂੰਡ ਲਿਆ, ਵਰਮੀ ਜੰਮ ਗਈ। ਫਿਰ ਵੀ ਕਹਿੰਦੇ ਫਿਰ ਦੇਖਣ ਕੀ ਆਸ। ਸਾਡੇ ਮਨ ਦੇ ਵਿੱਚ ਆਸਾ ਹੈ, ਮਤਲਬ ਚਾਹਨਾ ਨਹੀਂ ਮਿਟੀ, ਪ੍ਰਭੂ ਦੇ ਦਰਸ਼ਨਾਂ ਦੀ ਆਸਾ ਜ਼ਰੂਰ ਰੱਖੀ ਹੈ। ਕਿਉਂਕਿ ਜੇ ਆਸਾ ਹੋਵੇਗੀ ਤਾਂ ਮਹਾਰਾਜ ਮਿਲੇਗਾ ਜ਼ਰੂਰ। ਤੇ ਫਿਰ ਇਹੀ ਬੇਨਤੀ ਕੀਤੀ ਹੈ ਕਿ ਦੇਖ ਬੰਦੇ ਕੇ ਭਾਗ, ਉਥੇ ਆਪਦੇ ਭਾਗਾਂ ਨੂੰ ਕੋਸਿਆ ਹੈ, ਰੱਬ ਨੂੰ ਮਾੜਾ ਨਹੀਂ ਆਖਿਆ। ਇਹ ਨਹੀਂ ਕਿਹਾ ਵੀ ਪਰਮਾਤਮਾ ਵੇਖੋ ਕਿੱਡਾ ਮਾੜਾ ਹੈ, ਕਿੰਨਾ ਚਿਰ ਤਪ ਕਰਦਿਆਂ ਹੋ ਗਿਆ, ਅਜੇ ਤੱਕ ਦਰਸ਼ਨ ਹੀ ਨਹੀਂ ਦਿੱਤੇ। ਦੇਖ ਬੰਦੇ ਕੇ ਭਾਗ ਆਖਿਆ ਹੈ ਕਿ ਗੁਰਮੁਖੋ ਬੰਦੇ ਦੇ ਭਾਗ ਵੇਖੋ, ਕਰਮ ਵੇਖੋ ਕਿ ਇੰਨਾ ਚਿਰ ਹੋ ਗਿਆ ਤਪ ਕਰਦਿਆਂ, ਪਰਮਾਤਮਾ ਦੇ ਦਰਸ਼ਨ ਹੀ ਨਹੀਂ ਹੋਏ। ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਜੀਵਨ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ, ਸੱਚਖੰਡ ਹਜੂਰ ਸਾਹਿਬ ਜਿੱਥੇ ਨਗੀਨਾ ਘਾਟ ਹੈ, ਲੰਗਰ ਸਾਹਿਬ ਦੇ ਬਿਲਕੁਲ ਸਾਹਮਣੇ ਗੋਦਾਵਰੀ ਦੇ ਕਿਨਾਰੇ ਤੇ ਮਸਤੂਆਣਾ ਗੁਰਦੁਆਰਾ ਹੈ। ਕਹਿੰਦੇ ਮਹਾਂਪੁਰਖਾਂ ਨੇ 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਕਿ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਦਰਸ਼ਨ ਬਖਸ਼ਣ। ਉਹਨਾਂ ਨੇ ਸਵੇਰੇ 100 101 ਆਦਿਕ ਰੋਡ ਇਕੱਠੇ ਕਰ ਲੈਣੇ, ਜਦ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣਾ ਤੇ ਰੋਡ ਗੋਦਾਵਰੀ ਸੁੱਟ ਦੇਣਾ। ਇਹ ਹੁਣ ਡੇਲੀ 100 101 ਆਦਿਕ ਜਪਜੀ ਸਾਹਿਬ ਦੇ ਪਾਠ ਕਰਨੇ। ਜਦ 1.25 ਲੱਖ ਪਾਠ ਸੰਪੂਰਨ ਹੋ ਗਏ, ਅਰਦਾਸ ਕੀਤੀ, ਪਰ ਕਲਗੀਧਰ ਜੀ ਮਹਾਰਾਜ ਜੀ ਦੇ ਦਰਸ਼ਨ ਨਾ ਹੋਏ। ਮਨ ਦੇ ਵਿੱਚ ਇੰਨਾ ਵੈਰਾਗ ਆਇਆ, ਕਹਿੰਦੇ ਮੇਰੇ ਇੰਨੇ ਕਰਮ ਮਾੜੇ ਨੇ ਵੀ ਮਹਾਰਾਜ ਮੈਨੂੰ ਦਰਸ਼ਨ ਨਹੀਂ ਦਿੰਦਾ। ਜੇ ਮੈਂ ਇੰਨਾ ਹੀ ਮਾੜਾ ਹਾਂ
ਫਿਰ ਮੈਨੂੰ ਜ਼ਿੰਦਗੀ ਜਿਉਣ ਦਾ ਕੀ ਅਧਿਕਾਰ ਹੈ? ਜੇ ਮਹਾਰਾਜ ਸਾਹਿਬ ਮੇਰੇ 'ਤੇ ਨਾਰਾਜ਼ ਨੇ, ਮੇਰੇ ਕਰਮ ਇੰਨੇ ਮਾੜੇ ਨੇ, ਮੈਨੂੰ ਮਾਰੀ ਜਾਣਾ ਚਾਹੀਦਾ। ਤਾਂ ਮਹਾਂਪੁਰਖ ਵੈਰਾਗ ਦੇ ਵਿੱਚ ਆ ਕੇ ਗੋਦਾਵਰੀ 'ਚ ਡੁੱਬ ਕੇ ਮਰਨ ਲੱਗੇ। ਸਾਧ ਸੰਗਤ ਜੀ, ਉਹ ਜਦ ਲੱਕ ਤੱਕ ਪਾਣੀ ਜੇ ਵਿੱਚ ਗਏ ਤਾਂ ਆਕਾਸ਼ਬਾਣੀ ਹੋਈ, ਕਹਿੰਦੇ ਸੰਤ ਜੀ ਤੂੰ ਮਰਦਾ ਕਿਉਂ ਹੈ? ਕਹਿੰਦਾ ਜੀ ਆਪ ਦੇ ਦਰਸ਼ਨ ਨਹੀਂ ਹੁੰਦੇ, ਮੇਰੇ ਕਰਮ ਬੜੇ ਮਾੜੇ, ਮੈਨੂੰ ਜ਼ਿੰਦਗੀ ਜਿਉਣ ਦਾ ਕੀ ਅਧਿਕਾਰ ਹੈ? ਮੈਂ ਧਰਤੀ 'ਤੇ ਭਾਰ ਬਣਿਆ ਹੋਇਆ, ਮੈਂ ਆਪ ਦੀ ਜੀਵਨ ਲੀਲਾ ਸਮਾਪਤ ਕਰਨੀ ਚਾਹੁੰਦਾ ਹਾਂ। ਮਾਰੇ ਕਹਿੰਦੇ ਇੰਝ ਜਿੱਦ ਥੋੜੋ ਕਰੀ ਦੀ ਹੈ, ਨਦੀ 'ਚ ਤੈਨੂੰ ਕਿੱਥੋਂ ਦਰਸ਼ਨ ਹੋਣਗੇ? ਦਰਸ਼ਨ ਤਾਂ ਗੁਰਦੁਆਰੇ ਹੁੰਦੇ ਨੇ। ਆਹ ਕਮਲਾ ਮਰੀ ਦਾ ਥੋੜੋ ਆ, ਅਮੋਲਕ ਮਨੁੱਖਾ ਜਨਮ ਹੈ, ਅਜੇ ਤੂੰ ਬੜੀ ਸੇਵਾ ਕਰਨੀ ਹੈ। ਕਹਿੰਦਾ ਜੀ ਦਰਸ਼ਨ ਬਖਸ਼ੋ। ਕਹਿੰਦੇ ਪਾਣੀ 'ਚੋਂ ਤੂੰ ਨਦੀ 'ਚੋਂ ਗੁਰਦੁਆਰੇ ਆ ਜਾਈਂ, ਰਾਤ ਦੇ 12 ਵਜੇ ਗੁਰਦੁਆਰਾ ਨਗੀਨਾ ਘਾਟ ਆ ਜਾਈਂ। ਕਹਿੰਦਾ ਮਹਾਰਾਜ ਫਿਰ ਇਕੱਲਿਆਂ ਨੇ ਸਾਹਿਬਜ਼ਾਦਿਆਂ 5 ਪਿਆਰਿਆਂ ਸਮੇਤ ਦਰਸ਼ਨ ਬਖਸ਼ੋ। ਕਹਿੰਦੇ ਬਸ ਤੂੰ ਰਾਤ ਉੱਥੇ ਆ ਜਾਈਂ। ਤਾਂ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਗੁਰਦੁਆਰਾ ਨਗੀਨਾ ਘਾਟ ਬਹਿ ਕੇ ਤਪ ਕਰਨ ਲੱਗੇ। ਤਾਂ ਰਾਤ ਦੇ 12 ਵਜੇ ਜਦੋਂ ਦਿਨ ਦਾ ਅਗਲਾ ਚੜ੍ਹਾਅ ਹੋਇਆ ਤਾਂ ਜ਼ਰੂਰ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਦਰਸ਼ਨ ਬਖਸ਼ੇ ਹੋਣਗੇ, ਕਿਉਂਕਿ ਜਿਹੜੀਆਂ ਗੱਲਾਂ ਨੇ ਲਿਖਤ ਵਿੱਚ ਨਹੀਂ ਆਉਂਦੀਆਂ। ਇਹ ਤੋਂ ਬਾਅਦ ਲੇਖਕ ਨੇ ਕੁਝ ਨਹੀਂ ਲਿਖਿਆ। ਇਹ ਸਮਝਿਆ ਜਾਂਦਾ ਹੈ ਕਿ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਨੇ ਦਰਸ਼ਨ ਬਖਸ਼ੇ ਅਤੇ ਹੁਕਮ ਕੀਤਾ ਵੀ ਸੰਤ ਜੀ ਤੂੰ ਮਾਲਵੇ ਦੀ ਧਰਤੀ 'ਤੇ ਜਾ ਕੇ ਗੁਰਬਾਣੀ ਦਾ ਧਾਰਨਾ ਦਾ ਕੀਰਤਨ ਪ੍ਰਾਰੰਭ ਕਰ। ਸਿੱਧੇ ਸਾਦੇ ਲੋਕ ਨੇ ਧਾਰਨਾ ਦੇ ਦੁਆਰਾ ਸੋ ਜਸ ਸੁਣਾ ਕੇ ਅੰਮ੍ਰਿਤ ਛਕਾਓ, ਸਿੱਖੀ ਦਾ ਪ੍ਰਚਾਰ ਕਰੋ। ਜੋ ਧਾਰਨਾ ਵਾਲੇ ਕੀਰਤਨ ਦੀ ਕਾਢ ਹੈ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੀ ਸਾਹਿਬਾਂ ਨੇ ਕੱਢੀ ਹੈ। ਇਹ ਜਿਹੜੀ ਸੰਪਰਦਾ ਹੈ, ਜਿਹੜੇ ਗੁਰਮੁਖ ਢੋਲਕੀ ਚਿਮਟੇ ਨਾਲ ਕੀਰਤਨ ਕਰਦੇ ਨੇ, ਇਹ ਬਾਬੇ ਅਤਰ ਸਿੰਘ ਸਾਹਿਬ ਦੀ ਸੰਪਰਦਾ ਹੈ। ਸੋ ਮਹਾਂਪੁਰਖ ਇੱਥੇ ਆਏ, ਉਹਨਾਂ ਧਾਰਨਾਵਾਂ ਦਾ ਕੀਰਤਨ ਪ੍ਰਵਿਰਤ ਕੀਤਾ। ਹਜ਼ਾਰਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਲੜ ਲਾਇਆ। ਸੋ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ, ਬਹੁਤ ਗੁਰਬਾਣੀ ਦਾ ਪ੍ਰਚਾਰ ਕੀਤਾ। ਐਸੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਦਾਤ ਹੈ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੇਈ। ਘਰ ਆਪਨੜੈ ਖੜੀ ਤਕਾਂ। ਮੈਂ ਆਪਣੇ ਪ੍ਰਤੱਖ ਘਰ ਦੇ ਵਿੱਚ ਜਾਂ ਪ੍ਰਤੱਖ ਅੰਤःਕਰਨ ਜਾਂ ਸਤ ਸੰਗਤ ਰੂਪੀ ਘਰ ਦੇ ਵਿੱਚ ਖੜੀ ਭਾਵ ਸਮਾਹਿਤ ਹੋ ਕੇ ਇਹ ਵਾਹਿਗੁਰੂ ਤੇਰਾ ਰਸਤਾ ਵੇਖ ਰਹੀ ਹਾਂ, ਤੱਕ ਰਹੀ ਹਾਂ। ਮੈਂ ਮਨ ਚਾਉ ਕਨੇਰਾ ਰਾਮ। ਇਹ ਰਾਮ ਪਰਮੇਸ਼ਰ ਮੇਰੇ ਮਨ ਦੇ ਵਿੱਚ, ਚਿੱਤ ਦੇ ਵਿੱਚ ਤੇਰੀ ਪ੍ਰਾਪਤੀ ਜਾਂ ਤੇਰੇ ਦਰਸ਼ਨਾਂ ਦਾ ਬਹੁਤਾ ਚਾਉ ਉਤਸ਼ਾਹ ਹੈ। ਧੰਨ ਬਾਬਾ ਫਰੀਦ ਸਾਹਿਬ ਨੂੰ ਸ਼ੇਖ ਸ਼ਾਹ ਸ਼ਰਫ ਨੇ ਕਿਰਪਾ ਕੀਤੀ, ਸਰਗੁਣ ਦੇ ਦਰਸ਼ਨ ਕਰਾਏ। ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਰਸ਼ਨ ਬਖਸ਼ੇ, ਨਿਰਗੁਣ ਅਤੇ ਸਰਗੁਣ ਦੇ ਵਿੱਚ ਅਭੇਦਤਾ ਬਖਸ਼ੇ। ਜਿੰਨੇ 15 ਭਗਤ ਹੋਏ ਨੇ
15 ਦੇ 15 ਭਗਤਾਂ ਨੂੰ ਸਤਿਗੁਰੂ ਜੀ ਨੇ ਦਰਸ਼ਨ ਬਖਸ਼ੇ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਔਰ ਉਹ ਸਾਰੇ ਪੰਜਵੇਂ ਪਾਤਸ਼ਾਹ ਕੋਲ ਹਾਜ਼ਰ ਹੋ ਕੇ ਬਾਣੀ ਲਿਖਾਉਂਦੇ ਸਨ। ਭੱਟ ਦਾ ਪ੍ਰਤਾਖੀ ਮਹਾਰਾਜ ਦੇ ਚਰਨਾਂ 'ਚ ਆਏ। ਇਉਂ ਜਿਨ੍ਹਾਂ ਦੀ ਬਾਣੀ ਹੈ ਉਹ ਸਾਰੇ ਪ੍ਰਭੂ ਦੇ ਦਰਸ਼ਨਾਂ ਨੂੰ ਪਾ ਕੇ ਤੇ ਫਿਰ ਗੁਰਬਾਣੀ ਉਹਨਾਂ ਨੇ ਉਚਾਰੀ ਹੈ। ਜਿਵੇਂ ਭਗਤ ਨਾਮਦੇਵ ਜੀ ਦਾ ਬਚਨ ਹੈ, ਕਹਿੰਦੇ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ। ਹੇ ਮਹਾਰਾਜ, ਜਿੰਨਾ ਚਿਰ ਤੈਨੂੰ ਦੇਖਿਆ ਹੀ ਨਹੀਂ ਉਹਨਾਂ ਚਿਰ ਤੈਨੂੰ ਗਾਵਾਂਗੇ ਕੀ। ਹੁਣ ਆਪਾਂ ਇੱਕ ਦੂਜੇ ਨੂੰ ਮਿਲੇ ਨਹੀਂ ਤੇ ਆਪਾਂ ਇੱਕ ਦੂਜੇ ਦੇ ਸੁਭਾਅ ਬਾਰੇ ਕਿਵੇਂ ਕਹਿ ਸਕਦੇ ਹਾਂ ਕਿ ਫਲਾਣਾ ਬੰਦਾ ਇਸ ਸੁਭਾਅ ਵਾਲਾ ਹੈ। ਜਦ ਕਿਸੇ ਨੂੰ ਆਪਾਂ ਮਿਲਦੇ ਹਾਂ, ਉਹਦੇ ਨਾਲ ਗੱਲਬਾਤ ਕਰਦੇ ਹਾਂ, ਤਾਂ ਹੀ ਉਹਦੇ ਸੁਭਾਅ ਦੀ ਜਾਣਕਾਰੀ ਹੁੰਦੀ ਹੈ। ਸੋ ਇਸ ਵਾਸਤੇ ਇਹ ਮਹਾਰਾਜ, ਜਦ ਤੈਨੂੰ ਦੇਖਿਆ ਹੀ ਨਹੀਂ ਤੈਨੂੰ ਗਾਵਾਂਗੇ ਕੀ। ਤੂੰ ਸਾਨੂੰ ਦਰਸ਼ਨ ਤਾਂ ਦੇ। ਭਗਤ ਨਾਮਦੇਵ ਜੀ ਨੂੰ ਭਗਤ ਮਾਲ ਗ੍ਰੰਥ 'ਚ ਲਿਖਿਆ ਕਿ 72 ਵਾਰ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਏ। ਕੁੱਤੇ 'ਚੋਂ ਵੀ ਉਹਨਾਂ ਵੇਖਿਆ, ਇੱਕ ਦੈਂਤ 'ਚੋਂ ਵੀ ਉਹਨਾਂ ਨੇ ਦੇਖਿਆ, ਇੱਕ ਮੁਗਲ ਪਠਾਨ ਦੇ ਵਿੱਚੋਂ ਵੀ ਉਹਨਾਂ ਨੇ ਮਹਾਰਾਜ ਨੂੰ ਦੇਖਿਆ। ਇਉਂ ਬਹੁਤ ਵਾਰ ਭਗਤ ਨਾਮਦੇਵ ਜੀ ਨੂੰ ਸਭ ਤੋਂ ਪਹਿਲਾਂ दूध पियो गोबिंदे राय, दूध पीरो मेरो मन पति आए। जिस वक्त उन्हों का नाना किते काम गया तो दुध पियाउण का भोग लवाउण का कारज दिता, सब तो पहला उदों दर्शन होए। इउं सतगुरु नानक देव सच्चे पातशाह जी ने भी पहला दर्शन किए ने। दर्शनों तो बाद बाणी उचारी है। भाई गुरदास जी ने लिखिया है, पहलों पाया बाबे बख्शदार, पिछों देकर काल कमाई। बाबे श्री गुरु नानक देव जी महाराज ने पहला बख्शिश का दर पाया। वेई दे द्वारा 3 दिन सतगुरु जी अलोप रहे। ਤਾਂ ਸੱਚਖੰਡ ਦੇ ਵਿੱਚ ਵਾਹਿਗੁਰੂ ਜੀ ਦੇ ਦਰਸ਼ਨ ਪਾਏ। ਪਰਮਾਤਮਾ ਨੇ ਆਖਿਆ, ਹੇ ਗੁਰੂ ਪਰਮੇਸ਼ਰ, ਸ੍ਰੀ ਗੁਰੂ ਨਾਨਕ ਦੇਵ ਜੀ ਤੈਨੂੰ ਜਿਸ ਕਾਰਜ ਲਈ ਭੇਜਿਆ ਸੀ, ਕੀ ਤੂੰ ਕਾਰਜ ਕਰ ਆਇਆ ਹੈ? ਕਹਿੰਦੇ ਮਹਾਰਾਜ ਨਹੀਂ। ਫਿਰ ਤੂੰ ਪਹਿਲਾਂ ਹੀ ਆ ਗਿਆ ਹੈ, ਉਹ ਕਾਰਜ ਕਿਉਂ ਨਹੀਂ ਕੀਤਾ? ਕਹਿੰਦੇ ਜੀ ਦੁਨੀਆ ਦੀ ਮਰਜ਼ਾਦਾ ਹੈ ਕਿ ਜਿਹੜਾ ਗੁਰੂ ਵਾਲਾ ਹੁੰਦਾ ਹੈ ਉਹੀ ਅੱਗੇ ਦੂਜੇ ਨੂੰ ਉਪਦੇਸ਼ ਦੇ ਸਕਦਾ ਹੈ। ਪਹਿਲਾਂ ਆਪ ਮੇਰੇ ਗੁਰੂ ਬਣ ਕੇ ਮੈਨੂੰ ਉਪਦੇਸ਼ ਬਖਸ਼ੋ ਤੇ ਤਾਂ ਮੈਂ ਅੱਗੇ ਸੰਸਾਰ ਵਿੱਚ ਆਪ ਦਾ ਦਿੱਤਾ ਉਪਦੇਸ਼ ਪ੍ਰਵਿਰਤ ਕਰਾਂਗਾ। ਤਾਂ ਅਕਾਲ ਪੁਰਖ ਪਰਮਾਤਮਾ ਨੇ महामंत्र उचारिया, एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ये वाहिगुरु जी ने महामंत्र उचारिया। ਜਿਹੜੇ ਪੜ੍ਹੇ ਲਿਖੇ ਗੁਰਮੁਖ ਨੇ ਇਹਨੂੰ ਮੂਲ ਮੰਤਰ ਕਹਿੰਦੇ ਨੇ। ਇੱਕੋ ਹੀ ਗੱਲ ਹੈ, ਝਗੜਾ ਕੋਈ ਨਹੀਂ। ਅਕਾਲ ਪੁਰਖ ਨੇ ਤਾਂ ਇਹੀ ਬਖਸ਼ਿਆ ਗੁਰ ਪ੍ਰਸਾਦ ਤੱਕ। ਪਰ ਆਪਾਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਦੇ ਹਾਂ, ਇਸ ਲਈ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਪ ਨਾਰ ਲਾ ਕੇ ਪੜ੍ਹਨਾ ਹੈ। क्योंकि परमात्मा ने आख्या कि हे गुरु नानक साहब,
ਹੁਣ ਤੂੰ ਮੇਰੀ ਸਿਫਤ ਮੇਰੇ ਮੁਖ ਤੇ ਕਰ। ਕਿਉਂਕਿ ਗੁਰੂ ਦੀ ਸਿਫਤ ਗੁਰੂ ਦੇ ਮੂੰਹ ਤੇ ਕਰਨੀ ਬਣਦੀ ਹੈ। ਫਿਰ ਬਾਬੇ ਨਾਨਕ ਨੇ ਜਾਪ ਉਚਾਰਿਆ, ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਥੇ ਕਾਲ ਆਇਆ। ਗੁਰਸਿੱਖਾਂ ਨੂੰ ਆਗਿਆ ਕੀਤੀ ਕਿ ਜਦ ਵੀ ਜਾਪ ਜਪਣਾ ਹੈ ਤਾਂ ਜਪ ਨਾਰ ਲਾ ਕੇ ਨਾਨਕ ਹੋਸੀ ਭੀ ਸੱਚ ਤੱਕ ਜਪਣਾ ਹੈ। ਮਹਾ ਮੰਤਰ ਜਾਂ ਕਹਿ ਲਓ ਮੂਲ ਮੰਤਰ ਭਾਵੇਂ ਗੁਰਪ੍ਰਸਾਦ ਤੱਕ ਵਾਹਿਗੁਰੂ ਜੀ ਨੇ ਬਖਸ਼ਿਆ, ਪਰ ਜੋ ਅਸੀਂ ਜਾਪ ਉਚਾਰਿਆ ਹੈ ਇਹ ਵੀ ਨਾਰ ਲਾ ਕੇ ਨਾਨਕ ਹੋਸੀ ਭੀ ਸੱਚ ਦਾ ਪੂਰਾ ਮੂਲ ਮੰਤਰ ਬਣਦਾ। ਇੱਥੋਂ ਤੱਕ ਜਾਪ ਜਪਣਾ ਹੈ। ਇੰਜ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ। ਫਿਰ ਸਾਰਾ ਜਪਜੀ ਸਾਹਿਬ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਈ ਰਹਾ ਲਿਵਤਾਰ, ਭੁਖਿਆ ਭੁੱਖ ਨ ਉਤਰੀ, ਜੇ ਬੰਨਾ ਬੁਰੀਆ ਭਾਰ, ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨ ਚੱਲੈ ਨਾਲ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਰ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇੱਥੇ ਫਿਰ ਏਕਾ ਲਾਇਆ। ਪਹਿਲੀ ਪੌੜੀ ਜਪਜੀ ਸਾਹਿਬ ਦੀ ਇੱਥੇ ਹੈ, ਪਹਿਲਾ ਮੂਲ ਮੰਤਰ ਹੈ ਤੇ ਪਹਿਲੀ ਪੌੜੀ ਇੱਥੇ। ਫਿਰ ਲਗਾਤਾਰ 38 ਪੌੜੀਆਂ ਉਪਰੰਤ ਸ਼ਲੋਕ ਪਵਨ ਗੁਰੂ ਪਾਣੀ ਬਿਤਾ ਕਹਿ ਕੇ ਕੀਤੀ ਛੁੱਟੀ ਨਾਲ ਕਹਿ ਕੇ ਸਮਾਪਤੀ ਕੀਤੀ। ਸੱਚਖੰਡ ਦੇ ਵਿੱਚ ਸੰਪੂਰਨ ਜਪਜੀ ਸਾਹਿਬ ਉਚਾਰਿਆ। ਉਹੀ ਆ ਕੇ ਸਾਧ ਸੰਗਤ ਜੀ ਉਪਦੇਸ਼ ਬਖਸ਼ਿਆ। ਦੂਜੀ ਵਾਰ ਸਿੱਧਾਂ ਨਾਲ ਚਰਚਾ ਕਰਦਿਆਂ ਉਚਾਰਿਆ। ਤੀਜੀ ਵਾਰ ਜਦ ਪਾਵਨ ਸ੍ਰੀ ਲਹਿਣਾ ਜੀ ਨੂੰ ਸਿੱਧਾਂ ਨੇ ਮਾਲਾ ਮੰਤਰ ਪੁੱਛਿਆ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਫਿਰ ਕਰਤਾਰਪੁਰ ਉਚਾਰਿਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੀ ਗੁਰਬਾਣੀ ਹੈ ਇਹ ਸਾਡੇ ਗੁਰੂਆਂ ਨੇ, ਸੰਤਾਂ ਨੇ, ਭਗਤਾਂ ਨੇ ਰੱਬ ਨੂੰ ਸਾਹਮਣੇ ਬਿਠਾਲ ਕੇ ਉਚਾਰੀ ਹੈ। ਕਿਉਂਕਿ ਜਿੰਨਾ ਚਿਰ ਕੋਈ ਵੇਖਿਆ ਨਹੀਂ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ। ਪਰਮਾਤਮਾ ਦੇ ਦਰਸ਼ਨ ਕਰਕੇ ਕਿ ਵਾਹਿਗੁਰੂ ਕੈਸਾ ਹੈ, ਸੋ ਦਰ ਕੀਹਾ ਸੋ ਕਰ ਕੀਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਮਨ ਹਾਰੇ, ਕੀਤੇ ਰਾਗ ਪਰੀ ਸੋ ਕਹੀਨ, ਕੀਤੇ ਗਾਵਨ ਹਾਰੇ, ਗਾਵੇ ਤੁਹਨੋ ਪੌਣ ਬਾਣੀ ਵੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਇਉਂ ਮਹਾਰਾਜ ਨੇ ਵਾਹਿਗੁਰੂ ਦੇ ਗੁਣ ਗਾਏ ਨੇ ਦਰਸ਼ਨ ਕਰਕੇ। ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ, ਨਾਦ ਸਮਾਇ ਲੋਰੇ ਦੇਵਾ, ਰਹਾਉ ਜ ਝਿਲਮਿਲ ਕਾਰਜ ਸੰਤ, ਤੈ ਅਨਹਦ ਸ਼ਬਦ ਬਜੰਤਾ, ਜੋਤੀ ਜੋਤ ਸਮਾਨੇ, ਮੈਂ ਗੁਰ ਪ੍ਰਸਾਦੀ ਜਾਣੇ। ਇਉਂ ਪਹਿਲੋਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਕਰ ਘਾਲ ਕਮਾਈ। ਘਾਲ ਕਮਾਈ ਐਂਡ ਦੇ ਦਿਨਾਂ 'ਚ ਕੀਤੀ। ਰੇ ਤੱਕ ਆਹਾਰ ਕਰ, ਰੋੜਾਂ ਦੀ ਗੁਰ ਖੜੀ ਵਿਛਾਈ। ਇਉਂ ਰੱਬ ਨੂੰ ਪਾ ਕੇ ਭਗਤੀ ਕੀਤੀ ਹੈ। ਸੋ ਇਹ ਮਹਾਰਾਜ ਤੇਰੇ ਦਰਸ਼ਨਾਂ ਦਾ ਮੇਰੇ ਮਨ ਦੇ ਵਿੱਚ ਚਾਅ ਉਤਸ਼ਾਹ ਹੈ। ਮਨ ਚਾਉ ਕਾਨੇਰਾ, ਸੁਣ ਪ੍ਰਭ ਮੇਰਾ। ਇਹ ਮੇਰੇ ਪਰਮੇਸ਼ਰ ਮੇਰੀ ਅਰਜ਼ ਸੁਣ। ਮੇਰੇ ਮਨ ਚਿੱਤ ਵਿੱਚ ਤੁਹਾਡੀ ਪ੍ਰਾਪਤੀ, ਤੁਹਾਡੇ ਦਰਸ਼ਨਾਂ ਦਾ ਬਹੁਤਾ ਉਤਸ਼ਾਹ ਹੈ। ਮੈਂ ਤੇਰਾ ਪਰਵਾਸਾਂ, ਅਤੇ ਮੈਨੂੰ ਤੇਰਾ ਹੀ ਭਰੋਸਾ ਆਸਰਾ ਹੈ।
ਅੱਗੇ ਜਿਨ੍ਹਾਂ ਗੁਰਮੁਖਾਂ ਸੰਤਾਂ ਭਗਤਾਂ ਨੂੰ ਦਰਸ਼ਨ ਹੋਏ ਨੇ ਉਹਨਾਂ ਦੀ ਅਵਸਥਾ ਦੱਸਦੇ ਨੇ। ਦਰਸ਼ਨ ਦੇਖ ਭਈ ਨਹਿ ਕੇਵਲਾ। ਇਹ ਪਰਮੇਸ਼ਰ ਤੇਰੇ ਦਰਸ਼ਨ ਦਿਦਾਰੇ ਵੇਖ ਕੇ ਮੈਂ ਸ਼ੁੱਧ ਚਿਤ ਹੋਈ ਹਾਂ, ਜਾਂ ਵਿਸ਼ੇਸ਼ ਕਰਕੇ ਨਿਰੋਲ ਤੇਰੇ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲੀ ਹੋ ਗਈ ਹਾਂ। ਜਨਮ ਮਰਨ ਦੁਖ ਨਾਸਾ। ਅਤੇ ਮੇਰਾ ਜੰਮਣ ਦੇ ਮਰਨ ਦਾ ਕਸ਼ਟ ਇਹ ਨਾਸ਼ ਹੋ ਗਿਆ ਹੈ। ਸਗਲੀ ਜੋਤ ਜਾਤਾ ਤੂ ਸੋਈ। ਇਹ ਪਰਮਾਤਮਾ ਸਾਰੀਆਂ ਚੰਦਰਮਾ ਸੂਰਜ ਅੱਗ ਆਦਿਕ ਜੋਤੀਆਂ ਵਿੱਚ ਇੱਕੋ ਸਰੂਪ ਕਰਕੇ ਤੈਨੂੰ ਹੀ ਮੈਂ ਜਾਣਨਾ ਕੀਤਾ ਹੈ, ਜਾਂ ਤੇਰੀ ਪੈਦਾ ਕੀਤੀ ਹੋਈ ਸਾਰੀ ਸ੍ਰਿਸ਼ਟੀ ਵਿੱਚ ਇਹ ਜੋਤੀ ਸਰੂਪ ਮੈਂ ਤੈਨੂੰ ਹੀ ਜਾਣਿਆ ਹੈ। ਮਿਲਿਆ ਭਾਈ ਸੁਭਾਏ। ਅਤੇ ਪ੍ਰੇਮ ਵਾਲਾ ਸੁਭਾਅ ਧਾਰਨ ਵਾਲਿਆਂ ਨੂੰ ਹੀ ਤੂੰ ਮਿਲਿਆ ਹੈ। ਜਿਹੜੇ ਪੂਰੇ ਗੁਰਾਂ ਦੀ ਮਰਜ਼ੀ ਅਨੁਸਾਰ ਹੋ ਕੇ ਚੱਲੇ ਉਹਨਾਂ ਨੂੰ ਤੂੰ ਸੁਭਾਵਕ ਪ੍ਰਕਾਸ਼ ਰੂਪ ਹੋ ਕੇ ਮਿਲਿਆ ਹੈ। ਨਾਨਕ ਸਾਜਨ ਕਉ ਬਲ ਜਾਈਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਸੱਜਣ ਅਕਾਲ ਪੁਰਖ ਜੀ, ਤੇਰੇ ਤਾਈਂ ਬਲਿਹਾਰ ਜਾਈਏ। ਸਾਚ ਮਿਲੇ ਕਰ ਆਏ। ਜੇ ਮੈਂ ਸਤ ਸੰਗਤ ਰੂਪੀ ਘਰ ਦੇ ਵਿੱਚ ਆਉਣਾ ਕੀਤਾ ਤਾਂ ਤੇਰੇ ਸੱਚੇ ਨਾਮ ਸਰੂਪ ਦੇ ਨਾਲ ਮਿਲਾਪ ਹੋਇਆ, ਜਾਂ ਸੱਚੇ ਗੁਰੂ ਮਿਲੇ ਤਾਂ ਤੇਰੇ ਸਰੂਪ ਰੂਪੀ ਘਰ ਦੇ ਵਿੱਚ ਆ ਕੇ ਤੈਨੂੰ ਮਿਲੇ। ਇਹ ਪਰਮੇਸ਼ਰ ਤੇਰੇ ਤਾਈਂ ਬਲਿਹਾਰ ਜਾਈਏ, ਜੋ ਸੱਚਾ ਪਰਮੇਸ਼ਰ ਦੇ ਰੂਪੀ ਘਰ ਦੇ ਵਿੱਚ ਆ ਕੇ ਮਿਲਿਆ ਹੈ। ਘਰ ਆਏ ਅੜੇ ਸਾਜਨਾ। ਇਹ ਸੱਜਣਾ ਕਾਲ ਪੁਰਖ ਜੀ, ਜਦ ਤੁਸੀਂ ਮੇਰੇ ਅੰਤਿਕਰਨ ਰੂਪੀ ਘਰ ਦੇ ਵਿੱਚ ਆ ਕੇ ਸਥਿਤ ਹੋ ਗਏ ਤਾਂ ਧਨ ਖਾਰੀ ਸਰਸੀ ਰਾਮ। ਹੇ ਰਾਮ ਪਿਆਰੇ ਪ੍ਰਮਾਤਮਾ, ਮੇਰੀ ਜਗਿਆਸੂ ਰੂਪ ਇਸਤਰੀ ਦੀ ਆਭਾਸ ਬਿਰਤੀ ਅਤਿਅੰਤ ਸਹਿਤ ਪ੍ਰੇਮ ਰਸ ਦੇ ਹੋ ਗਈ, ਜਾਂ ਆਨੰਦਿਤ ਹੋ ਗਈ। ਅਥਵਾ ਜਦੋਂ ਮਹਾਤਮਾ ਰੂਪ ਸੱਜਣਾ ਦੀ ਇਕੱਤਰਤਾ ਵਾਲੇ ਸਤ ਸੰਗਤ ਰੂਪੀ ਘਰ ਦੇ ਵਿੱਚ ਆਏ, ਜਾਂ ਸੱਜਣ ਮਹਾਤਮਾ ਮੇਰੇ ਘਰ 'ਚ ਚੱਲ ਕੇ ਆਏ, ਤਾਂ ਮੇਰੀ ਜਗਿਆਸੂ ਰੂਪ ਇਸਤਰੀ ਦੀ ਬਿਰਤੀ ਅਤਿਅੰਤ ਪ੍ਰੇਮ ਰਸ ਸਹਿਤ ਹੋ ਗਈ। ਜਦ ਬਿਰਤੀ ਪ੍ਰੇਮ ਰਸ ਸਹਿਤ ਹੋਈ ਤਾਂ ਹਿਰਦੇ ਰੂਪੀ ਘਰ ਦੇ ਵਿੱਚ ਸ਼ੁਭ ਗੁਣ ਰੂਪ ਸੱਜਣ ਆਏ। ਜਦ ਸ਼ੁਭ ਗੁਣ ਰੂਪ ਸੱਜਣ ਆਏ ਤਾਂ ਮੇਰੀ ਜਗਿਆਸੂ ਰੂਪ ਇਸਤਰੀ ਦੀ ਬਿਰਤੀ ਅਦਕ ਤਾਤਪਰਜ ਦੇ ਸਹਿਤ ਹੋ ਗਈ, ਤੇ ਸੱਜਣ ਪਰਮੇਸ਼ਰ ਜੀ ਅੰਤਿਕਰਨ ਰੂਪੀ ਘਰ ਵਿੱਚ ਆ ਕੇ ਸਾਖਿਆਤਕਾਰ ਹੋ ਗਏ। ਹਰ ਮੋਹ ਅੜੇ ਸਾਚ ਸ਼ਬਦ। ਇਹ ਹਰੀ ਪਰਮੇਸ਼ਰ ਸੱਚੇ ਗੁਰਾਂ ਦੀ ਉਪਦੇਸ਼ ਕਰਕੇ ਮੇਰੇ ਚਿੱਤ ਦੀ ਬਿਰਤੀ ਤੇਰੇ ਤੇ ਮੋਹਿਤ ਹੋ ਗਈ ਹੈ। ਇਸੇ ਪ੍ਰਕਾਰ ਹਰ ਮੋਹ ਅੜੇ ਸਾਚ ਸ਼ਬਦ। ਇਹ ਹਰੀ ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਤੇਰੇ ਤਾਈਂ ਮੋਹ ਲਿਆ, ਭਾਵ ਵਸ ਕਰ ਲਿਆ, ਅਤੇ ਠਾਕਰ ਦੇਖ ਰਹੰਸੀ ਰਾਮ। ਇਹ ਸੁਆਮੀ ਪਰਮੇਸ਼ਰ ਜੀ ਤੇਰੇ ਦੀਦਾਰ ਵੇਖ ਕੇ ਚਿੱਤ ਦੀ ਬਿਰਤੀ ਪ੍ਰਸੰਨਤਾ ਦੀ ਸਹਿਤ ਆਨੰਦਿਤ ਹੋ ਗਈ ਹੈ। ਗੁਣ ਸੰਗ ਰਹੰਸੀ ਖਰੀ ਸਰਸੀ। ਇਹ ਸਾਰੇ ਰੰਗਾਂ ਦੇ ਵਿੱਚ ਜਾਂ ਰਵੀ ਰੰਗ ਰਤਾ। ਰੰਗੇ ਹੋਏ ਜਾਂ ਭਗਤਾਂ ਨੂੰ ਆਪਣੇ ਆਨੰਦ ਸਰੂਪ ਦੇ ਵਿੱਚ ਰੰਗਣ ਵਾਲੇ ਪਰਮੇਸ਼ਰ, ਜਾਂ ਚਿੱਤ ਦੀ ਬਿਰਤੀ ਤੇਰੇ ਵਿੱਚ ਮਿਲੀ ਅਭੇਦ ਹੋਈ ਤਾਂ ਸ਼ੁਭ ਗੁਣ ਜਾਂ ਗਿਆਨ ਆਦਿਕ ਦੇ ਨਾਲ ਮਿਲ ਕੇ ਪ੍ਰਸੰਨਤਾ ਦੀ ਪ੍ਰਾਪਤੀ ਕਰਕੇ ਅਤਿਅੰਤ ਸਹਿਤ ਪ੍ਰੇਮ ਰਸ ਦੇ ਹੋ ਗਈ। ਜਾਂ ਮਹਾਰਾਜ ਫਰਮਾਉਂਦੇ ਨੇ ਗੁਣ ਸੰਗ ਰਹੰਸੀ ਖਰੀ ਸਰਸੀ। ਸ਼ੁਭ ਗੁਣਾਂ ਦੀ ਸੰਗਤ ਕਰਕੇ ਰਹੱਸ ਭਾਵ ਸਿਧਾਂਤ ਦੀ ਪ੍ਰਾਪਤੀ ਕਰਕੇ ਅਤਿਅੰਤ ਸਹਿਤ ਪ੍ਰੇਮ ਰਸ ਦੇ ਹੋ ਗਈ। ਜਾਂ
ਚਿੱਤ ਦੀ ਬਿਰਤੀ ਇਹਨਾਂ ਗੁਣਾਂ ਦੇ ਸਹਿਤ ਹੋਈ ਤਾਂ ਇਹ ਸਾਰਿਆਂ ਰੰਗਾਂ ਦੇ ਵਿੱਚ ਪਰਮੇਸ਼ਰ ਮੈਂ ਤੇਰੀ ਪ੍ਰਾਪਤੀ ਦੇ ਆਨੰਦ ਨੂੰ ਮਨ ਨਾ ਕੀਤਾ। ਅਵਗਣ ਮਾਰ ਗੁਣੀ ਕਰ ਛਾਇਆ, ਇਹ ਕਰਮਾਂ ਦੇ ਅਨੁਸਾਰ ਫਲ ਦੇਣ ਵਾਲੇ ਪੂਰਾ ਪੁਰਖ ਵਿਧਾਤਾ, ਫਲ ਪ੍ਰਦਾਤੇ ਪੂਰਨ ਅਕਾਲ ਪੁਰਖ ਜੀ, ਤੁਸੀਂ ਕਿਰਪਾ ਕਰਕੇ ਕਾਮ ਕ੍ਰੋਧ ਆਦਿਕ ਔਗਣਾਂ ਨੂੰ ਮਾਰ ਕੇ ਸਤ ਸੰਤੋਖ ਦਇਆ ਧਰਮ ਵਿਚਾਰ ਜਾਂ ਗਿਆਨ ਆਦਿ ਗੁਣਾਂ ਨਾਲ ਮੇਰਾ ਅੰਤःਕਰਨ ਰੂਪੀ ਘਰ ਢੱਕ ਲਿਆ ਹੈ, ਜਾਂ ਸ਼ੁਭ ਗੁਣਾਂ ਦਾ ਘਰ ਅੰਤःਕਰਨ ਵਿੱਚ ਪੂਰੀਆ ਭਾਵ ਬਣ ਗਿਆ, ਜਾਂ ਅਗਿਆਨ ਆਦਿਕ ਔਗਣ ਨੂੰ ਮਾਰ ਕੇ ਗਿਆਨ ਸਰੂਪ ਪਰਮੇਸ਼ਰ ਤੈਨੂੰ ਅੰਤःਕਰਨ ਰੂਪੀ ਘਰ ਵਿੱਚੋਂ ਹੀ ਪਾ ਲਿਆ ਹੈ। 10 ਕਰ ਮਾਰ ਵਸੇ ਪੰਚਾਇਣ, ਇਹ ਪਰਮੇਸ਼ਰ ਪੂਰੇ ਗੁਰਾਂ ਨੇ ਅਦਲ ਕਰੇ ਵਿਚਾਰੇ, ਨਿਰਣਾ ਵਿਚਾਰ ਕਰਕੇ ਅਦਲ ਨਿਆਂ ਕੀਤਾ ਹੈ। ਇਸ ਕਰਕੇ ਮੈਂ ਕਾਮ ਆਦਿਕ ਚੋਰਾਂ ਨੂੰ ਮਾਰ ਕੇ ਤੇਰੇ ਪੰਚਾਇਨ ਸ੍ਰੇਸ਼ਟਤਾਈ ਵਾਲੇ ਸੱਚਖੰਡ ਰੂਪੀ ਘਰ ਦੇ ਵਿੱਚ ਵਸੀ ਹਾਂ। ਇਸੇ ਪ੍ਰਕਾਰ 10 ਕਰ ਮਾਰ ਵਸੇ ਪੰਚਾਇਣ, ਜਿਹੜੀ ਜੀਵ ਰੂਪ ਇਸਤਰੀ ਕਾਮ ਆਦਿਕ ਚੋਰਾਂ ਨੂੰ ਮਾਰ ਕੇ ਮਹਾਤਮਾ ਦੇ ਘਰ ਭਾਵ ਸਤਸੰਗਤ ਵਿੱਚ ਵਸੀ ਹੈ। ਅਦਲ ਕਰੇ ਵਿਚਾਰੇ, ਉਹਨੇ ਵਿਚਾਰ ਦੁਆਰਾ ਸਤ ਦਾ ਇਨਸਾਫ ਨਿਰਣਾ ਕਰ ਲਿਆ, ਜਾਂ ਸੰਤ ਜਨ ਵਿਚਾਰ ਪੂਰਵਕ ਉਸ ਦਾ ਨਿਆਂ ਕਰਦੇ ਹਨ। ਇਸੇ ਪ੍ਰਕਾਰ 10 ਕਰ ਮਾਰ ਵਸੇ ਪੰਚਾਇਣ, ਜਦ ਕਾਮ ਆਦਿਕ ਚੋਰਾਂ ਨੂੰ ਮਾਰਨੇ ਵਾਲੇ ਪੰਜ ਮਹਾਤਮਾ ਜਨਾਂ ਦੇ ਘਰ ਭਾਵ ਉਹਨਾਂ ਦੀ ਸੰਗਤ ਦੇ ਵਿੱਚ ਵਸਣਾ ਕੀਤਾ, ਅਦਲ ਕਰੇ ਵਿਚਾਰੇ, ਤਾਂ ਨਿਆਂ ਕਰਨ ਵਾਲੇ ਪਰਮੇਸ਼ਰ ਦੇ ਸਰੂਪ ਦੀ ਵਿਚਾਰ ਪ੍ਰਾਪਤ ਹੋ ਗਈ ਹੈ। ਇਸੇ ਪ੍ਰਕਾਰ 10 ਕਰ ਮਾਰ ਵਸੇ ਪੰਚਾਇਣ, ਜੋ ਕਾਮ ਆਦਿਕਾਂ ਦੇ ਮਾਰਨੇ ਵਾਲੇ ਤੇ ਵਿਚਾਰ ਕੇ ਅਦਲ ਕਰਨ ਵਾਲੇ ਮਹਾਤਮਾ ਜਨ ਹਨ। ਅਦਲ ਕਰੇ ਵਿਚਾਰੇ, ਜਦੋਂ ਉਹਨਾਂ ਅਦਲ ਕਰਨ ਵਾਲੇ ਮਹਾਤਮਾ ਜਨਾਂ ਦੇ ਘਰ ਭਾਵ ਸੰਗਤ ਦੇ ਵਿੱਚ ਵਸੀ, ਤਦੋਂ ਉਹਨਾਂ ਨੇ ਵਿਚਾਰ ਕੇ ਨਿਆਂ ਕੀਤਾ ਤੇ ਮੇਰੇ ਕਾਮ ਆਦਿਕ ਚੋਰ ਮਾਰੇ, ਤੇ ਮੈਂ ਪੰਜ ਸ੍ਰੇਸ਼ਟਤਾਈ ਦਾ ਘਰ ਜੋ ਸਤ ਸੰਤੋਖ ਆਦਿ ਗੁਣ ਨੇ ਉਹਨਾਂ ਗੁਣਾਂ ਦੇ ਵਿੱਚ ਵਸੀ। ਜਦ ਗੁਣਾਂ ਦੇ ਵਿੱਚ ਵਸੀ ਤਦ ਵਿਚਾਰ ਕੇ ਅਦਲ ਕਰਨ ਵਾਲੇ ਤੇ ਕਾਮ ਆਦਿਕਾਂ ਦੇ ਮਾਰਨ ਵਾਲੇ ਸ੍ਰੇਸ਼ਟਤਾਈ ਦਾ ਘਰ ਜਾਂ ਪੰਜਾਂ ਤੱਤਾਂ ਦੇ ਘਰ ਬ੍ਰਹਮ ਚੇਤਨ ਦੇ ਸਰੂਪ ਦੇ ਵਿੱਚ ਵਸੀ। ਨਾਨਕ ਰਾਮ ਨਾਮ ਨਿਸਤਾਰਾ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹੇ ਰਾਮ ਪਰਮੇਸ਼ਰ, ਤੇਰੇ ਨਾਮ ਨੂੰ ਜਪ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਗੁਰਮਤਿ ਮਿਲੈ ਪਿਆਰੇ, ਪਰੰਤੂ ਹੇ ਪਿਆਰੇ, ਤੇਰਾ ਜੋ ਵਾਹਿਗੁਰੂ ਨਾਮ ਹੈ, ਇਹ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਇਹ ਗੁਰਮਤ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਨਾਲ ਗੁਰ ਸਿੱਖਿਆ ਦੁਆਰਾ ਹੀ ਮਿਲਦਾ ਹੈ। ਕੋਈ ਇਕੱਲਾ ਦੁਕੱਲਾ ਕਿਸੇ ਹੋਰ ਦੇ ਪਾਸੋਂ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਆਪ ਦੀ ਕਮਾਈ ਨਹੀਂ ਹੁੰਦੀ। ਆਪ ਕਮਾਓ ਅਮਰਾ ਉਪਦੇਸ਼। ਗੁਰੂ ਨਾਨਕ ਸਾਹਿਬ ਨੇ 4 ਯੁੱਗ ਭਗਤੀ ਕੀਤੀ ਹੈ ਵਾਹਿਗੁਰੂ ਮੰਤਰ ਦੀ। ਇਸ ਲਈ ਜਿਹੜੇ ਪਿਆਰੇ ਗੁਰਾਂ ਦੀ ਸਿੱਖਿਆ 'ਚ ਮਿਲਦੇ ਨੇ, ਰਾਮ ਪਰਮੇਸ਼ਰ ਦਾ ਨਾਮ ਜਪ ਕੇ ਗੁਰੂ ਨਾਨਕ ਸਾਹਿਬ ਦੇ ਰਾਹੀਂ ਉਹਨਾਂ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਜਿਹੜੇ ਜਹਾਜ਼ ਨੇ ਉਹ ਸਾਰੇ ਹੀ ਮੰਜ਼ਿਲ ਦੇ ਪਹੁੰਚਾਉਣ ਦੀ ਸਮਰੱਥਾ ਰੱਖਦੇ ਨੇ, ਪਰ ਜਿਹਦੀ ਵਾਰੀ ਹੋਵੇ, ਕਾਊਂਟਰ 'ਤੇ ਲੱਗਾ ਹੋਵੇ, ਉਡਾਨ ਭਰਨੀ ਹੋਵੇ, ਉਹਦੇ 'ਚ ਬੈਠਾਂਗੇ
ਤਾਂ ਸਹੀ ਟਾਈਮ 'ਤੇ ਆਪਾਂ ਟਿਕਾਣੇ 'ਤੇ ਪਹੁੰਚ ਪਾਵਾਂਗੇ। ਜਿਹਦੀ ਵਾਰੀ ਨਹੀਂ, ਵਾਰੀ ਤੋਂ ਬਗੈਰ ਹੀ ਬੈਠੇ ਰਹੋ। ਕਲਯੁਗ ਦੇ ਵਿੱਚ ਗੁਰੂ ਨਾਨਕ ਨਾਮ ਸਿਖਾਲਾ, ਕਲਯੁਗ ਨਾਨਕ ਨਾਮ ਸਿਖਾਲਾ। ਗੁਰੂ ਨਾਨਕ ਸਾਹਿਬ ਦੀ ਵਾਰੀ ਹੈ, ਇਸ ਲਈ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰੋ ਅਤੇ ਵਾਹਿਗੁਰੂ ਮੰਤਰ ਦੀ 5 ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਨਾਲ ਪ੍ਰਾਪਤੀ ਕਰੀਏ, ਜਿਸ ਕਰਕੇ ਮਹਾਰਾਜ ਸਾਡੇ ਰਖਵਾਲੇ ਹੋਣ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੀ ਦਾਤ ਪਾ ਸਕੀਏ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। 10 ਕਰ ਮਾਰ ਵਸੇ ਪੰਚਾਇਨ, ਅਦਲ ਕਰੇ ਵਿਚਾਰੇ। ਨਾਨਕ ਰਾਮ ਨਾਮ ਨਿਸਤਾਰਾ, ਗੁਰਮਤਿ ਮਿਲੇ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਬਰਵਾਰ ਭਰੀਆਂ, ਸ਼ਬਦ ਗਵਣ ਆਈਆਂ, ਸ਼ਬਦੋ ਤਗਾਵੋ ਹਰੀ ਕੀ ਰਾਮਾਨੁਜ ਨੇ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।